औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। नाज़रीन, आपका मेज़बान सरदार ताहिर महमूद आपकी खिदमत में हाजिर हूँ। आज मैं मौजूद हाँ गुजरांवाला के नवाही कस्बे तलवंडी खजूरवाली में, जो थाना कैंट की हदूद में शामिल है। मेरे साथ मौजूद ने तलवंडी खजूरवाली दे जिम्मेदार घराने तो तल्लक रखने वाले इम्तियाज चीमा साहब, जिन्हां नाल चंद दिन पहले एक वकूआ होया है। ये बेसिकली एक जिम्मेदार और अवसी पाकिस्तानी घराने नाल तल्लक है। अज इन्हां कोल पुछांगे कि जड़ा 6 जुलाई नूं होने वाला वकूआ, जिहदी FIR 267/26 967/26 थाना कैंट च होई है, वो असर कहानी की है। और इन्हां दे जेहड़े मुखालफ ने, जिन्हां दे खिलाफ इन्हां FIR कराई है, मुबशर चीमा और उहदे बेटे दे खिलाफ, वो सोशल मीडिया ते इन्हां दी किरदार कुशी दे हवाले नाल इंटरव्यू दे रहे। वो असर की वजह और की सच है ते असर कहानी इन्हां कोल पुछने आ। चीमा साहब, बहुत शुक्रिया तुहाडा। ते साडे नाज़रीन नूं दसो कि तुसीं जिहड़ी एक FIR खड़ी है अपने हाथ च, ये विखाओ जरा साडे नाज़रीन नूं स्क्रीन ते सामने। 967/26 ठीक हो गया, आ गई साडी कैमरे स्क्रीन च। और इह थाने कैंट च एक मैडिकल लैके तुसीं गए हो ते जिहदे बदले FIR हुई। असल तुसीं अपने बारे दसो ते असल कहानी दसो जरा की है। जी, मेरा नाम इम्तियाज चीमा। मैं 3 जून नूं अजमतुल्ला चीमा चाचू लगदा मेरा बरादरी चों, ਉਹਦੇ डेट ते फायरिंग हुंदी है। ठीक है। ते चलो कुछ दिन बाद, 8-10 दिन बाद, वो शक करदा है अदनान वगैरह दे ना अजमतुल्ला। ठीक है। ਉਹ ਜੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਆਸਤਾ ਆਸਤਾ ਕਿ ਚਲੋ ਮਾਮਲੇ ਨੂੰ ਮੁਕਾਈਏ। 2-4 ਦਿਨ ਬਾਅਦ ਆਪਣਾ ਸ਼ੱਕ ਕਰਦਾ ਹੈ। 2-4 ਦਿਨ ਬਾਅਦ ਅਦਨਾਨ ਦੇ ਘਰ ਨੂੰ ਫਾਇਰ ਲੱਗ ਜਾਂਦੇ ਨੇ, ਦਰਵਾਜ਼ੇ ਨੂੰ। ਠੀਕ ਹੈ। ਹਾਂਜੀ, ਇਹਦੇ ਮੁਹੱਲਾ ਤੇ ਇਹਦੇ ਦੋਸਤ ਇਕੱਠੇ ਹੋ ਕੇ ਕਹਿੰਦੇ ਨੇ ਕਿ ਯਾਰ ਦੋਵਾਂ ਦਾ ਮਾਮਲਾ ਮੁਕਾਈਏ। ਦੋਵੇਂ ਸ਼ੱਕ ਦੀ ਬਣਾ ਦੇ ਨੇ, ਪਤਾ ਹੈ ਦੋਵਾਂ ਨੂੰ ਕੋਈ ਅਸਲ ਬੰਦੇ ਦਾ। ਉਹ ਜਨਾਬੇ ਵਾਲਾ ਉਸ ਮਾਮਲੇ ਦੀ ਇੱਕ ਪਰਿਆ ਬੈਠਦੀ ਹੈ ਖੁਰਮ ਬਣ ਦੇ ਘਰ। ਪਰਿਆ ਮੈਂ ਵੀ ਜਾਣਾ ਵਾਂ, ਮੈਂ ਇਧਰੋਂ ਦੌਰਾਨ ਵਗੈਰਾ ਨੂੰ ਜਾਣਾ ਵਾਂ। ਉੱਥੇ ਮੁਬਸ਼ਰ ਦੀ ਮੇਰੀ ਹੋ ਜਾਂਦੀ ਤੂੰ ਤਕਰਾਰ। ਠੀਕ ਹੈ। ਤੂੰ ਤੁਹਾਡਾ ਉੱਥੇ ਪਰਿਆ ਖਰਾਬ ਹੋ ਜਾਂਦੀ ਹੈ। ਰਾਤ ਨੂੰ ਸਾਡੀ ਜ਼ਿਆਉਲਾ ਹੰਝਰਾ ਤੇ ਅਰਸ਼ਾਦ ਚੀਮਾ ਸਾਹਿਬ ਜਾਂਦੇ ਨੇ ਮੁਬਸ਼ਰ ਦੇ ਕੋਲ ਕਿ ਪਰਿਆ ਬੈਠੀ ਸੀ ਤੇ ਪਰਿਆ ਭੱਜ ਗਈ ਹੈ ਤੇ ਦੁਬਾਰਾ ਪਰਿਆ ਬਿਠਾ ਕੇ ਨਾ ਮਾਮਲਾ ਮੁਕਾ ਲਈਏ ਤੁਹਾਡਾ ਤੇ ਅਜ਼ਮਤੁल्ला ਦਾ ਤੇ ਅਦਨਾਨ ਦਾ। ਨਾਲ ਮੁਬਸ਼ਰ ਦੀ ਸੁਲਾਹ ਕਰਾ ਦੀ ਇਮਤਿਆਜ਼ ਨਾਲ। ਮੁਬਸ਼ਰ ਕਹਿੰਦਾ ਹੈ ਕਿ ਸੁਲਾਹ ਮੈਂ ਕਰਾਂਗਾ, 2-3 ਦਿਨ ਬਾਅਦ ਹੀ ਮੈਨੂੰ ਟਾਈਮ ਦਿਓ। ਠੀਕ ਹੈ। ਅੱਗੋਂ ਚਲੋ ਮੈਂ ਵੀ ਘਰ ਆ ਜਾਣਾ, ਸੋ ਜਾਣਾ ਵਾ। ਸੁਬਾਹ ਦੁਪਹਿਰ ਟਾਈਮ 1:52 ਤੇ ਮੈਨੂੰ ਕਾਲ ਆਉਂਦੀ ਹੈ ਮੁਬਸ਼ਰ ਦੇ ਬੇਟੇ ਸਾਕਬ ਦੀ, ਫਰਾਂਸ ਤੋਂ। ਠੀਕ ਹੈ। ਉਹ ਮੈਨੂੰ ਜਾਨੋਂ ਮਾਰਨ ਧਮਕੀਆਂ ਦਿੰਦਾ ਵਾ ਕਿ ਤੂੰ ਅਦਨਾਨ ਕਿਉਂ ਸਾਈਡ ਲੈ ਰਿਹਾ ਮੈਂ, ਸਾਡੇ ਮੁਖਾਲਫ ਨੇ। ਮੈਂ ਉੱਥੇ ਬੈਠਾ ਸਾਂ, ਬਾਬਰ ਮਲਕ ਉਹਦੇ ਰੇਤ ਤੇ ਬੈਠਾ ਸਾਂ ਜਿਸ ਮੈਨੂੰ ਕਾਲ ਆਉਂਦੀ ਹੈ। ਉੱਥੋਂ ਉੱਠ ਕੇ ਤੇ ਮੈਂ ਆਪਣੇ ਘਰ ਵਾਲਾ ਬਣਾਉਂ ਤੇ ਮੈਨੂੰ ਕਾਲ ਆਉਂਦੀ ਹੈ। ਮੈਂ ਕਾਲ ਸੁਣਨ ਡਿਆ, ਕਾਲ ਸੁਣਦਾ ਮੈਂ ਜਨਾਂ ਲੈਂਦੇ ਪਾਸੇ ਚਹਿਲਕਦਮੀ ਕਰਨ ਲੱਗ ਪੈਂਦਾ ਵਾਂ। ਕਾਲ ਕੱਟ ਕੇ ਤੇ ਮੈਂ ਮੋਬਾਈਲ ਯੂਜ਼ ਕਰਨ ਡਿਆ। ਮੁਬਸ਼ਰ ਤੇ ਉਹਦਾ ਬੇਟਾ ਵਕਾਰ ਮੇਰੇ ਤੇ ਹਮਲਾਵਰ ਹੋ ਜਾਂਦੇ ਨੇ 2:05 ਦੇ ਉੱਤੇ। ਠੀਕ ਹੈ। ਯਾਨੀ ਤੁਹਾਡੇ ਘਰ ਤੋਂ ਲਹਿੰਦੇ ਤਰਫ ਜਿਹੜੀ ਸਾਹਮਣੇ ਜਿਹੜਾ ਘਰ ਬੰਦੇ ਨੇ ਇੱਕ ਨਾਲ ਦੂਰ ਸਾਡੇ ਘਰ ਲੈਂਦੇ ਪਾਸੇ। ਠੀਕ ਹੈ ਜੀ, ਬਿਲਕੁਲ। ਤੇ ਕੀ ਛੋਟਿਆਂ ਨਾਲ, ਪਿਸਤੌਲਾਂ ਨਾਲ ਕਿਸ ਤਰ੍ਹਾਂ ਹਮਲਾ ਹੋ ਰਿਹਾ? ਹਾਂਜੀ, ਉੱਥੇ ਨਾ ਮਿਸਤਰੀ ਲੱਗੇ ਹਾਰੇ, ਕੋਈ ਮਕਾਨ ਬਣਨ ਡਿਆ ਜੇ। ਠੀਕ ਹੈ। ਉੱਥੇ ਇੱਟਾਂ ਫੜੀਆਂ ਤੇ ਮੈਨੂੰ ਨਾ ਇੱਟਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਮੁਬਸ਼ਰ ਤੇ ਵਕਾਰ ਨੇ। ਠੀਕ ਹੈ। ਇਹ ਹੱਥ ਨੂੰ ਜਿਹੜੀ ਸੱਟ ਲੱਗੀ ਹੈ, ਇੱਟਾਂ ਰੋਕਦੇ ਆ ਜਾਂ? ਹਾਂਜੀ, ਇੱਟ ਰੋਕਦੇ ਆ, ਹੱਥ ਬੈਕ ਸਾਈਡ ਲੱਗੀ ਜੇ ਸਾਡੇ। ਠੀਕ ਹੈ। ਮੇਰੇ ਨਾਲ ਸਾਡੀ ਫ੍ਰੈਕਚਰ ਹੋ ਗਈ ਸਾਰੇ ਹੱਥ ਤੇ ਸਿਰ ਤੇ ਵੀ ਤੁਹਾਨੂੰ ਚੋਟ ਲੱਗੀ? ਹਾਂਜੀ, ਸਿਰ ਤੇ ਚੋਟ ਲੱਗੀ, ਬਿਲਕੁਲ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਤੁਸੀਂ ਮੈਡੀਕਲ ਕਰਾਇਆ ਸਿਵਲ ਹਸਪਤਾਲ ਤੋਂ? ਜੀ ਬਿਲਕੁਲ। ਤੇ ਫਿਰ ਤੁਸੀਂ ਆਪਣਾ ਦਿੱਤਾ ਮੈਡੀਕਲ? ਜੀ। ਤੇ ਉਸ ਤੋਂ ਬਾਅਦ FIR ਹੋਈ? ਜੀ, FIR ਹੋ ਗਈ, ਬਿਲਕੁਲ। ਅੱਛਾ, ਇਹ ਗੱਲ ਤੇ ਹੋ ਗਈ ਜੀ। ਲੇਕਿਨ ਜਿਹੜੇ ਮੁਬਸ਼ਰ ਚੀਮਾ ਸਾਹਿਬ ਨੇ, ਉਹਨਾਂ ਇੱਕ ਇੰਟਰਵਿਊ ਦਿੱਤਾ ਜੀ, ਜਿਹਦੇ ਅੰਦਰ ਉਹ ਕਹਿੰਦੇ ਮੈਂ ਓਵਰਸੀ ਪਾਕਿਸਤਾਨੀ ਆ, ਸਾਨੂੰ ਤੋਹਫੇ ਦੀ ਲੋੜ ਹੈ। ਤੇ ਉਸ ਕਹਾਣੀ ਕੀ ਹੈ, ਕੌਣ ਨੇ ਉਹ, ਔਰ ਤੁਹਾਡੀ ਇਹਨਾਂ ਨਾਲ ਕੋਈ ਜ਼ਮੀਨ ਦੀ, ਕੋਈ ਜ਼ਰ ਦੀ, ਕੋਈ ਦੌੜ ਲੜਾਈ, ਕੋਈ ਤਨਾਜ਼ਾ, ਕੋਈ ਪੈਸੇ ਦਾ ਲੈਣ ਦੇਣ ਕੋਈ ਹੈ ਸੀ, ਜਾਂ ਸਿਰਫ ਤੂੰ ਤਕਰਾਰ ਦੀ ਤੁਹਾਡੇ ਤੇ ਹਮਲਾਵਰ ਹੋ ਗਏ? ਇਹ ਕੀ ਛੋਟੀ ਜਿਹੀ ਵਜ੍ਹਾ ਨਾਲ? ਜੀ, ਛੋਟੀ ਜਿਹੀ ਵਜ੍ਹਾ ਹੈ, ਤੂੰ ਤਕਰਾਰ ਦੇ ਹਮਲਾਵਰ ਹੋਏ ਜੇ, ਬਸ। ਹੋਰ ਨਾ ਕੋਈ ਲੈਣ ਦੇਣ ਦਾ ਮਾਮਲਾ, ਨਾ ਕੋਈ ਜ਼ਮੀਨ ਦਾ ਮਾਮਲਾ ਜੇ। ਮੁਬਸ਼ਰ ਬੇਸਿਕਲੀ ਇੱਕ ਚੋਟਗੇਟ ਸਾਡੇ। ਅੱਛਾ। ਹਾਂਜੀ, ਚਲੋ ਹੁਣ ਉਹ ਬਾਹਰ ਚਲਾ ਗਿਆ ਸੀ, ਪਹਿਲਾਂ ਚੋਟਗੇਟ ਸੀ। ਉਹਨੇ ਇੱਕ ਟ੍ਰੇਨ ਲੁੱਟੀ ਸਾਡੇ ਪਾਕਿਸਤਾਨੀ। ਠੀਕ ਹੈ। ਰੇਲਵੇ। ਉਸ ਤੋਂ ਇਲਾਵਾ ਟਰੈਕਟਰ ਉਹ ਚੋਰੀ ਕਰਦਾ ਰਿਹਾ ਪਿੰਡ ਚੋਂ, ਸੱਜੇ ਖੱਬੇ। ਅੱਛਾ। ਉਸ ਤੋਂ ਇਲਾਵਾ ਕੋਟ ਬਾਰੇ ਖਾਂ ਇੱਕ ਪਿੰਡ ਹੁੰਦਾ ਡੋਗਰਾਂ ਵਾਲੇ ਦੇ ਕੋਲ। ਠੀਕ ਹੈ। ਛੋਟੀ ਦਾ ਦਿਨ ਸੀ ਤੇ ਕੋਈ ਦੋਸਤ ਨੂੰ ਲੈ ਜਾਂਦਾ ਬਰਗਲਾ ਕੇ ਮੇਰੀ ਸਦਾਵਤ ਹੈ, ਉੱਥੇ ਨਾ ਜਾਣਾ ਮੈਂ। ਉਹ ਚੱਲਦੇ ਵੈਗਨ ਭੁਗਣਾ, ਉਹ ਵੈਗਨ ਦੇ ਦੋਸਤ ਸਾਰੇ ਬਹਿ ਜਾਂਦੇ ਨੇ, ਚਲੇ ਜਾਂਦੇ ਨੇ।
ਉੱਥੇ ਜਾ ਕੇ ਰਾਹਦਾਰੀ ਸ਼ੁਰੂ ਕਰ ਦਿੰਦਾ, ਡਕੈਤੀ ਕਰਨੀ ਸ਼ੁਰੂ ਕਰ ਦਿੰਦਾ ਕੋਟ ਬਾਰੇ ਹੌਲ ਕੋਲ। ਯਾਨੀ ਉਹ ਪੁਰਾਣਾ ਇੱਕ ਤਾਰੀਖੀ ਵਾਕਿਆ ਕਿ ਤਲਵੰਡੀ ਖਜੂਰ ਦੇ ਟਿਕੇਟ ਮਾਰਿਆ ਗਿਆ ਜੀ, ਟਿਕੇਟ ਮਾਰਿਆ ਜਿਹੜੇ ਮਸ਼ਹੂਰ ਗੱਲ ਹੈ, ਮਸ਼ਹੂਰ ਗੱਲ ਹੋਈ ਸੀ। ਉਹ ਕਾਲੂ ਸ਼ਾਹ ਸੀ, ਆਪਣਾ ਡਰਾਈਵਰ ਸੀ ਵਿਚਾਰਾ, ਸਾਡਾ ਹਮਸਾਇਆ, ਉੱਥੇ ਮਰਡਰ ਹੋ ਜਾਂਦਾ ਵੇ ਕਿਉਂਕਿ ਕੋਟ ਬਾਰੇ ਹਾਂ ਮਸੀਤ ਐਲਾਨ ਹੋ ਜਾਂਦਾ ਹੈ ਕਿ ਡਕੇਟ ਪੈ ਗਏ ਨੇ ਰੋਡ ਦੇ ਉੱਤੇ ਤੇ ਸਾਰੇ ਰੋਡ ਜੋ ਕਸਲਾ ਹੈ ਤੇ ਬਾਹਰ ਨਿਕਲੋ। ਠੀਕ ਹੈ। ਇਹ ਆ ਬੜਾ ਸ਼ਾਤਰ ਸੀ, ਨੱਸ ਜਾਂਦਾ ਚੋਰੀ ਡਕੈਤੀ ਕਰਕੇ ਤੇ ਲੇਕਿਨ ਕਾਲੂ ਸ਼ਾਹ ਉੱਥੇ ਮੌਕੇ ਤੇ ਮਰਡਰ ਹੋ ਜਾਂਦਾ ਵੇ। ਠੀਕ ਹੋ ਗਿਆ ਜੀ। अच्छा यानी ये पेशेवर पुराने रिकॉर्ड याफ्ता मुजरम ने जी, मुजरम ने शराब है ਵੇਚਦਾ ਰਿਹਾ ਜੇ, ਜੁਆ ਖੇਡਦਾ ਰਿਹਾ, ਕੋਈ ਚੰਗਾ ਕੰਮ ਇਹਨੇ ਤੱਕ ਕੀਤਾ ਹੀ ਨਹੀਂ ਹੈ। ਜਦੋਂ ਇਹ ਰੇਲਵੇ ਲੁੱਟੀ ਉਦੋਂ ਫਿਰ ਨੱਸ ਗਿਆ ਸਾਊਦੀ ਅਰਬ ਹੈ ਕਿ ਜੋ ਅਦਾਰੇ ਮੁਤਹਰਕ ਹੋਏ ਨੇ ਸਾਊਦੀਆ ਚਲਾ ਗਿਆ, ਉੱਥੋਂ ਫਿਰ ਆ ਕੇ ਕੁਝ ਦੇਰ ਬਾਅਦ ਕੋਈ ਸਾਲ ਬਾਅਦ ਆ ਕੇ ਆਪਣਾ ਮਾਮਲਾ ਮੁਕਾਇਆ। ਅੱਛਾ ਅੱਛਾ, ਉਸ ਇੰਟਰਵਿਊ ਚ ਉਹਨਾਂ ਇਹ ਕਿਹਾ ਕਿ ਤੁਹਾਡੇ ਭਤੀਜੇ ਜਿਹੜਾ ਆ ਕੇ ਛੜਾਇਆ ਜੀ, ਤੇ ਤੁਹਾਡੇ ਭਤੀਜੇ ਕਿਤਨੀ ਏਜ ਦੇ ਨੇ, ਉਹ ਕਿੱਥੇ ਨੇ? ਜੀ ਮੇਰੇ ਦੋ ਭਤੀਜੇ ਨੇ, ਇੱਕ ਦਾ ਨਾਮ ਵਾਸੀਫ, ਇੱਕ ਦਾ ਨਾਮ ਅਬਦੁਰਰਹਿਮਾਨ ਹੈ ਤੇ ਵਾਸੀਫ 8 ਸਾਲ ਦਾ ਜੇ ਤੇ ਅਬਦੁਰਰਹਿਮਾਨ 5 ਸਾਲ ਦਾ ਜੇ। ਉਹਨੇ ਨਹਾਲ ਗਏ ਜੇ ਆਪਣੇ ਸਿਆਲਕੋਟ। ਠੀਕ ਹੈ। ਉਹ ਮੇਰੇ ਚਾਚੂ ਦੇ ਬੇਟੇ ਸਾਜ ਨਾਲ ਮੈਨੂੰ ਆ ਗਏ ਤੇ ਮੇਰੇ ਜਾਨ ਬਖਸ਼ੀ ਟੋਈ ਜ਼ੈਨੂਲ ਹਸਨ ਔਰ ਜਾਜ਼ਬ। ਅੱਛਾ, ਤੁਹਾਡੇ ਭਾਈ ਰਸਨ ਹੈ? ਨਹੀਂ, ਮੇਰੇ ਭਾਈ ਨੇ ਸਨ ਹੈ, ਮੇਰੇ ਭਤੀਜੇ ਨੇ ਸਨ ਹੈ, ਮੇਰੇ ਭਾਈ ਸਾਂ, ਚਾਚੂ ਦੇ ਬੇਟੇ ਸਾਜ ਭਾਈ। ਠੀਕ ਹੈ। ਯਾਨੀ ਉਹਨਾਂ ਵੇਖਿਆ ਤੇ ਰੋਲਾ ਸੁਣਿਆ, ਸੁਣ ਕੇ ਉਹ ਆਏ ਨੇ ਜੀ। ਅੱਛਾ, ਫਿਰ ਉਹ ਕਹਿ ਰਹੇ ਨੇ ਕਿ ਇਹ ਜਿਹੜੀ FIR ਹੈ ਇਹ ਬੋਕਸ ਹੈ ਤੇ ਮੈਡੀਕਲ ਵੀ ਬੋਕਸ ਹੈ। ਇਹਦੇ ਹਵਾਲੇ ਨਾਲ ਤੁਹਾਡਾ ਕੀ ਮੌਕਫ ਹੈ? ਉਹ ਕਿਆ ਉਹਨਾਂ ਤੁਹਾਡੇ ਮੈਡੀਕਲ ਨੂੰ ਜਾਂ FIR ਨੂੰ ਕਿਸੇ ਜਗ੍ਹਾ ਚੈਲੰਜ ਕੀਤਾ ਹੋਇਆ? ਹਾਂ ਜੀ, ਬਿਲਕੁਲ ਝੂਠ ਬੋਲਦੇ ਜੇ। ਮੈਡੀਕਲ ਵੀ ਓਰੀਜਨਲ ਹੈ, FIR ਵੀ ਠੀਕ ਹੈ ਬਿਲਕੁਲ। ਚਲੋ ਉਹਨਾਂ ਨੂੰ ਕੋਈ ਡਾਊਟ ਹੈ ਤਾਂ ਉਹ ਚੈਲੰਜ ਉਹਨਾਂ ਕੀਤਾ ਸਰ, ਉਹ ਆਪਣਾ ਬੋਰਡ ਬਵੇਗਾ ਉੱਥੇ ਕਲੀਅਰ ਹੋ ਜਾਏਗਾ, ਲੇਕਿਨ ਬਿਲਕੁਲ ਝੂਠ ਬੋਲਦੇ ਨੇ, ਬੇਬੁਨਿਆਦ ਗੱਲ ਕਰਨ ਦਾ। ਅੱਛਾ, ਜਦੋਂ FIR ਕਰਾਈਏ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ, ਥਾਣਾ ਕੈਂਟ ਨੇ ਕੋਈ ਕਾਰਵਾਈ ਕੀਤੀ ਹੈ ਜਾਂ ਉਸੇ ਰਵਾਇਤੀ ਤਰੀਕੇ ਨਾਲ ਇਹ ਦੰਦਨਾਦੇ ਫਿਰਦੇ ਰਹੇ? ਆਨੇ ਰਵਾਇਤੀ ਤੇ ਦੰਦਨਾਦੇ ਜੇ ਨਾ ਬੁਰੇ ਜ਼ਮਾਨਤ ਕਰਾਈਆਂ ਜੇ। ਠੀਕ ਹੈ। ਤੇ ਮੇਰੇ ਇਹ ਰਿਕੁਐਸਟ ਹੈ CPO ਸਾਹਿਬ ਅੱਗੇ, RPO ਸਾਹਿਬ ਅੱਗੇ, DSP ਕੈਂਟ, SHO ਕੈਂਟ ਸਾਹਿਬ ਅੱਗੇ, ਇਹਨਾਂ ਦੀ ਜ਼ਮਾਨਤ ਕੈਂਸਲ ਕਰਵਾਈਆਂ ਜਾਣ। ਹਾਂਜੀ, ਇਹਨਾਂ ਦੀ ਤਫਤੀਸ਼ ਕੀਤੀ ਜਾਏ ਇਹਨਾਂ ਨੂੰ ਬਕਾਇਦਾ। ਠੀਕ ਹੈ। ਅੱਛਾ, ਤੁਸੀਂ ਦੱਸ ਦੱਸੋ ਕਿ ਜਿਹਨਾਂ ਲੋਕਾਂ ਨੂੰ ਉਹਨਾਂ ਇੰਟਰਵਿਊ ਦਿੱਤਾ ਜੀ, ਉਹ ਪਹਿਲੇ ਤੁਹਾਡੇ ਕੋਲ ਆਏ ਨੇ? ਕਿਆ ਉਹਨਾਂ ਨੂੰ ਤੁਸੀਂ ਬੁਲਾਇਆ ਸੀ ਜਾਂ ਉਹ ਥਾਣੇ ਤੋਂ ਜਾਂ ਕਿਸੇ ਜਗ੍ਹਾ ਤੋਂ FIR ਲੈਂਦੇ ਨੇ ਤੇ ਲੋਕਾਂ ਦੇ ਘਰਾਂ ਟੁਰ ਜਾਂਦੇ ਇੰਟਰਵਿਊ ਲੈਣ? ਤੇ ਕੀ ਮਾਮਲਾ ਹੈ, ਅਸਰ ਕੀ ਗੱਲ ਹੈ? ਤੁਹਾਨੂੰ ਤੁਸੀਂ ਕਿਹਾ ਕਿ ਮੇਰੇ ਉਹ ਬਜ਼ੁਰਗਾਂ ਨੇ ਕਿਹਾ ਕਿ 9 ਸਾਲ ਬਾਅਦ ਲੱਗਦਾ ਨੇ ਮੈਨੂੰ, ਕੀ ਕਹਾਣੀ ਹੈ? ਹਾਂਜੀ, ਬਿਲਕੁਲ ਇਸ ਤਰ੍ਹਾਂ ਜੇ ਮੈਂ ਤਾਂ ਹਸਪਤਾਲ ਸਾਂ ਤੇ ਮੇਰੇ ਨਾਲ ਕੋਈ ਗੱਲ ਨਹੀਂ ਹੈ। ਇਹਨਾਂ ਬੂਹਾ ਠਕਾਇਆ ਬਾਹਰ ਦਾ, ਬਜ਼ੁਰਗ ਬਾਹਰ ਗਏ ਨੇ। ਉਹਨਾਂ ਕਹਿੰਦੇ ਮੀਡੀਆ ਤੋਂ ਆਏ ਆ ਤੇ ਇਮਤਿਆਜ਼ ਨੂੰ ਮਿਲਣਾ ਹੈ ਤੇ ਬਜ਼ੁਰਗਾਂ ਗਿਆ, ਮੈਨੂੰ ਉਠਾਇਆ, ਮੈਂ ਜੀ ਮੈਂ ਨਾ ਕਿਸੇ ਨੂੰ ਬੁਲਾਇਆ, ਨਾ ਮੇਰੇ ਲਿਮ ਦੀ ਗੱਲ ਹੈ ਕੋਈ। ਉਹਨਾਂ ਕੋਲ 9 ਸਾਲ ਬਾਅਦ ਹੋਣੇ ਨੇ, ਉਹ ਫਿਰ ਚਲੇ ਜਾਓ, ਅਸਾਂ ਕੋਈ ਇੰਟਰਵਿਊ ਨਹੀਂ ਦੇਣਾ, ਸਾਨੂੰ ਖੁਦ ਹੀ ਆਏ ਨੇ, ਕੋਈ ਲਿਮ ਨਹੀਂ ਹੈ। ਤੁਹਾਨੂੰ ਛੱਡ ਕੇ ਫਿਰ ਦੂਜੇ ਪਾਸੇ ਗਏ ਨੇ? ਫਿਰ ਉਸ ਪਾਸੇ ਗਏ ਨੇ, ਬਿਲਕੁਲ। ਠੀਕ ਹੈ ਜੀ। ਯਾਨੀ ਉਹ ਸਿਰਫ ਤੁਹਾਨੂੰ ਇਸਤੇਮਾਲ ਕਰਨੇ ਆਏ ਸਨ ਕਿ ਅਸੀਂ ਕੋਈ ਤੁਹਾਡੇ ਕੋਲ ਕੋਈ ਮਾਰਸ਼ਲ ਚਾਰਜ? ਜੀ ਬਿਲਕੁਲ। ਅੱਛਾ ਤੁਹਾਡਾ। ਅੱਛਾ, ਉਹਨੇ ਦੱਸੋ ਕਿ ਤੁਹਾਡੀ ਕਿਰਦਾਰ ਕੁਸ਼ੀ ਹੋਈ ਹੈ, ਤੁਸੀਂ ਕਿਹਾ ਕਿ ਮੈਂ ਇਹਨਾਂ ਦੇ ਖਿਲਾਫ ਕੋਰਟ ਹੀ ਜਾਵਾਂਗਾ, FIR ਜਾਵਾਂਗਾ, ਬਿਲਕੁਲ। ਤੇ ਕਿਆ ਵਾਕਈ ਤੁਹਾਡਾ ਇਰਾਦਾ ਹੈ ਵੇ? ਜੀ ਇਨਸ਼ਾਅੱਲਾ ਮੇਰਾ ਇਰਾਦਾ ਹੈ, ਮੈਂ ਕੋਰਟ ਵੀ ਜਾਣਾ ਹੈ ਤੇ FIR ਵੀ ਜਾਣਾ ਹੈ, ਮੈਂ ਕੇਸ ਹਰਜਾਣੇ ਦਾ ਕੇਸ ਕਰਨਾ ਹੈ। ਠੀਕ ਹੈ। FIR ਵੀ ਜਾ ਕੇ ਮੈਂ ਕੇਸ ਕਰਨਾ ਹੈ। ਠੀਕ ਹੈ ਜੀ, ਬਿਲਕੁਲ। ਅੱਛਾ, ਉਹਨੇ ਆ ਕੇ ਗੱਲ ਨੂੰ ਅਸੀਂ ਕਲੋਜ਼ ਕਰੀਏ ਤੇ ਤੁਹਾਡਾ ਇਹ ਮੁਤਾਲਬਾ ਕਿ ਇਹਨਾਂ ਦੀ ਅਬੂਰੀ ਜ਼ਮਾਨਤ ਤੱਕ ਕੈਂਸਲ ਕਰਵਾਏ ਪੰਜਾਬ ਪੁਲਿਸ? ਜੀ ਬਿਲਕੁਲ। ਤੇ ਇਹਨਾਂ ਨੂੰ ਤਫਤੀਸ਼ ਕਰਕੇ ਇਹਨਾਂ ਦੇ ਖਿਲਾਫ ਮਜ਼ਬੂਤ ਚਲਾਨ ਬਣਾ ਕੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਦੂਸਰਾ, ਇਹਨਾਂ ਜੀ ਇੱਕ ਝੂਠ ਬੋਲਿਆ ਕਿ ਮੈਂ ਇਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਹੈ। ਅੱਛਾ, ਜਿਸ ਨਾਲ ਝਗੜਾ ਹੋਇਆ 6 ਤਰੀਕ ਨੂੰ ਸਰ, ਮੈਂ ਉਦੋਂ ਪਿੰਡ ਦੇ ਸਾਹਮਣੇ ਮੌਜੂਦ ਹੈ, ਮੈਂ ਰਾਵਲ ਹੀ ਸਾਜੇ, ਉਹ ਵੀ ਨਾ ਖੁਦ ਫਾਇਰਿੰਗ ਕਰਕੇ ਆਪਣੇ ਘਰ ਤੇ ਉਹ ਵੀ ਮੇਰੇ ਤੇ ਐਪਲੀਕੇਸ਼ਨ ਦਿੱਤੀ ਨੇ। ਉਹਦੇ ਤੇ FIR ਤਾਂ ਨਹੀਂ ਹੋਈ? ਨਹੀਂ ਸਰ, FIR ਨਹੀਂ ਹੋਈ। ਜਾਨੀ ਪੰਜਾਬ ਪੁਲਿਸ ਉਹਦੇ ਉੱਤੇ ਤਹਿਕੀਕ ਕਰ ਰਹੀ ਹੈ। ਹਾਂਜੀ, ਉਹਨਾਂ ਨੂੰ ਕਿਹਾ ਕਿ ਇਹਨਾਂ ਝੂਠੀ FIR, ਝੂਠੀ ਦਰਖਾਸਤ। ਜੀ ਬਿਲਕੁਲ, ਝੂਠੀ ਦਰਖਾਸਤ। ਠੀਕ ਹੈ। ਯਾਨੀ ਉਹ ਦੂਸਰਾ ਇਹਨਾਂ ਮੇਰੇ ਤੇ ਕਿਹਾ ਵੀ ਆਪਣਾ ਇਲਜ਼ਾਮ ਲਗਾਇਆ ਕਿ ਲੋਕਾਂ ਦੇ ਫਾਇਰਿੰਗ ਕਰਾਉਂਦਾ ਹੋਵੇ। ਠੀਕ ਹੈ ਸਰ, ਬਿਲਕੁਲ ਬੇਬੁਨਿਆਦ ਗੱਲ ਹੈ ਵੀ, ਨਾ ਮੈਂ ਇਹਨਾਂ ਕੰਮ ਕੀਤਾ, ਨਾ ਅਜੇ ਤੱਕ ਮੇਰੇ ਤੋਂ ਕੋਈ ਐਪਲੀਕੇਸ਼ਨ, ਨਾ ਮੇਰਾ ਕੋਈ ਰਿਕਾਰਡ ਹੈ। ਅੱਛਾ, ਤੁਸੀਂ ਵੀ ਕਹਿ ਰਹੇ ਹੋ ਕਿ एक आदि मुजरम है और रिकॉर्ड याफ्ता है। जी, रिकॉर्ड याफ्ता। क्या पिंड दे लोग इस गल दी गवाही दे सकते हैं? जी बिल्कुल। और ਤੁਹਾਡੇ ਮੁਤਾਲਕ ਜਿਹੜੀ ਗੱਲ ਹੈ ਉਹ ਪਿੰਡ ਦੇ ਲੋਕਾਂ ਕੋਲ ਪੁੱਛੀ ਜਾ ਸਕਦੀ ਹੈ ਕਿ ਤੁਸੀਂ ਕਿਹਾ ਹੋਇਆ, ਤੁਸੀਂ ਕੋਈ ਡੇਰਿਆਂ ਤੇ ਫਾਇਰਿੰਗ ਕਰਵਾਉਂਦੇ ਹੋ, ਲੋਕਾਂ ਨੂੰ ਇਸਤੇਮਾਲ ਕਰਦੇ ਹੋ, ਝੂਠੀਆਂ ਦਰਖਾਸਤਾਂ ਦਿੰਦੇ ਹੋ, ਬਾਅਦ ਸੁਲ੍ਹਾ ਕਰਦੇ ਹੋ, ਪੈਸੇ ਲੈਂਦੇ ਹੋ? ਜੀ ਜੀ, ਤੁਸੀਂ ਬਿਲਕੁਲ ਵੈਰੀਫਾਈ ਕਰ ਸਕਦੇ ਹੋ ਕਦੋਂ ਵੀ ਗੱਲਾਂ ਦੀ। ਉਹਦੇ ਜੀ ਬਾਰੇ ਚ ਕਹਿਣਗੇ ਵਾਕਈ ਚੋਟਗੇਟ ਸੀ, ਕ੍ਰਿਮੀਨਲ ਰਿਕਾਰਡ ਉਹਦਾ। ਹਾਂਜੀ, ਤੇ ਮੇਰੇ ਬਾਰੇ ਤੁਸੀਂ ਵੈਰੀਫਾਈ ਕਰ ਸਕਦੇ ਹੋ, ਕੋਈ ਬੰਦਾ ਨਹੀਂ ਕਹਿਣਾ ਕਿ ਫਾਇਰਿੰਗ ਕਰਾਉਂਦਾ ਹੋਵੇ ਜਾਂ ਮੈਂ ਜਿਹੜੇ ਕੋਲ ਪੈਸੇ ਦੇਣਾ ਵਾ ਇਸ ਮਾਮਲੇ 'ਚ, ਮੈਂ ਇਹਦਾ ਹਰ ਕੰਮ ਨਹੀਂ ਕਰਦਾ। ਠੀਕ ਹੈ ਜੀ। ਨਾਜ਼ਰੀਨ, ਸਾਡੇ ਨਾਲ ਮੌਜੂਦ ਸਨ ਤਲਵੰਡੀ ਖਜੂਰ ਵਾਲੀ ਤੋਂ ਇੱਕ ਜ਼ਿੰਮੇਦਾਰ ਘਰਾਣੇ ਤੋਂ ਆਵਾਸੀ ਪਾਕਿਸਤਾਨੀ ਇਹਨਾਂ ਦਾ ਘਰਾਣਾ ਹੈ ਤੇ ਇਹਨਾਂ ਦਾ ਇਹ ਕਹਿੰਦਾ ਕਿ ਮੈਂ ਇਮਤਿਆਜ਼ ਚੀਮਾ ਮੁਸਲਸਲ ਇਸੇ ਪਿੰਡ 'ਚ ਰਹਿ ਰਿਹਾ ਔਰ ਬੱਚਾ ਮੈਨੂੰ ਜਾਣਦਾ ਔਰ ਮੈਂ ਮਿਹਨਤ ਮਜ਼ਦੂਰੀ ਕਰਕੇ
अपने कबीले का पेट पालना और मेरा कोई भी क्रिमिनल रिकॉर्ड किसी भी जगह मौजूद नहीं और यदि वैरीफाई की जा सकती है। ਜਿਹੜੇ ਮੇਰੇ ਜਿਨ੍ਹਾਂ ਦੇ ਖਿਲਾਫ ਮੇਰੇ ਮੁਜਰਮ ਨੇ ਉਹ ਇੱਕ ਰਿਕਾਰਡ ਯਾਫਤਾ ਆਦੀ ਮੁਜਰਮ ਨੇ, ਉਹ ਕੋਈ ਐਸਾ ਐਬ ਨਹੀਂ ਜਿਹੜਾ ਉਹਨਾਂ ਦੇ ਅੰਦਰ ਮੌਜੂਦ ਨਾ ਹੋਵੇ ਔਰ ਜਿਹਦੀ ਗਵਾਹੀ ਪੂਰਾ ਪਿੰਡ ਦੇ ਸਕਦਾ। ਇਹਨਾਂ ਲੋਕਾਂ ਦੀ ਵਜ੍ਹਾ ਸਾਡੇ ਪਿੰਡ ਦੀ ਬਦਨਾਮੀ ਦਾ ਬਾਇਸ ਵੀ ਬਣੇ ਨੇ ਤੇ ਪੰਜਾਬ ਪੁਲਿਸ ਔਰ ਆਰਪੀਓ ਗੁਜਰਾਵਾਲਾ, ਸੀਪੀਓ ਗੁਜਰਾਵਾਲਾ ਔਰ ਥਾਣਾ ਕੈਂਟ ਡਿਪਟੀ ਔਰ ਐਸਐਚਓ ਕੈਂਟ ਨਾਲ ਇਹਨਾਂ ਦਾ ਇੱਕੋ ਹੀ ਮੁਤਾਲਬਾ ਕਿ ਇਹਨਾਂ ਦੀ ਫੌਰੀ ਤੌਰ ਪਰ ਜ਼ਮਾਨਤਾਂ ਕੈਂਸਲ ਕਰਵਾ ਕੇ ਇਹਨਾਂ ਨੂੰ ਹਵਾਲਾਤ ਦੇ ਸਲਾਖਾਂ ਦੇ ਪਿੱਛੇ ਔਰ ਜੇਲ੍ਹ ਵਿੱਚ ਪਹੁੰਚਾਇਆ ਜਾਏ ਔਰ ट्रायल शुरू करके इन्हों कैफले करदार तक पहुंचाया जाए और इन्हों सजा दिलवाई जाए ताकि इस इलाके च अमन शांति और सुख की जिंदगी गुजार सकन। मैनू दियो इजाजत, अगले प्रोग्राम तक के लिए इंशाअल्लाह फिर मिलांगे एक नए मेहमान के नाल।